इस दे नाल ही एक होर भी घटना है जिहदे विच लगातार 9 मानहानि के केसां का भी सामना कर रहे ने जिहड़े अजे केस सैशन कोर्ट दे विच पेंडिंग ने, जिहदे विच कि कुरुक्षेत्र का एक बहुत बड़ा बाबा जिहदे एक पूरा नैक्सस बनया होया सी, एक पूरा गठजोड़ सीगा 8-9 व्यक्ति उहदे नाल जोड़ के कि किवें वो लोकां नूं गुमराह करके उन्हां दा आर्थिक शोषण करदे सीगे, उहदे खिलाफ भी इन्हां वल्लों अदालत दे विच हरियाणा की सोसाइटी के वलों केस पाया गया ते बकायदा तौर के उपर गवाहियां दे राही इन्होंने अदालत दे विच मतलब कि हर जिहड़ा संभव सबूत जटाया जा सकता सीगा वो सबूत जटा के 9 व्यक्ति ने जिहड़े किवें एक नैक्सस बना के किवें एक गठजोड़ बना के लोकां दा शोषण कर रहे नेगे, उस रूप दे विच वो केस अदालत दे विच पाया। भावें वो केस अदालत च जिस तरह का इत्थों का प्रबंध आ, क्योंकि सानू कई बार लगदा गा कि अदालतां ने जिहड़ियां मतलब कि उन्हां दे विच इंसाफ हुंदा गा, पर असीं सारे मतलब कि उस विचारधारा नाल जुड़े हुए लोग हां जिहड़े गल भी समझदे आ कि अदालतां भी इत्थों दे प्रबंध दी हुंदियां ने, ज़्यादातर वो प्रबंध दे पक्ष दे विच ही भुगतदियां ने ते कई बार इन्ना कुछ आ जांदा गा जिथे उन्हां नूं कुछ अजिहे फैसले करने पैंदे आगे जिहड़े कि ਇਹ ਹੋਵੇ कि लोगों के विच ਇਹ विश्वास आ जिहड़ा ਜਾਂ अदालतां दे विच विश्वास आ जिहड़ा ਉਹ ਬਣਿਆ ਰਹੇ। पर उस केस दे विच कुरुक्षेत्र वाले केस दे विच अदालत ने सारा कुछ पूरे रिकॉर्ड होने के बावजूद भी इन्हां दे पक्ष दे विच उस केस का फैसला जिहड़ा ਉਹ नहीं होया हैगा। दूसरी धिर दे पक्ष दे विच केस का फैसला होया ਤਾਂ ਉਹਨਾਂ 9 ਦੇ 9 ਵਿਅਕਤੀਆਂ ਨੇ ਕਿ ਇਹਨਾਂ ਨੂੰ ਉਲਝਾਇਆ ਕਿਵੇਂ ਜਾ ਸਕਦਾ ਗਾ, ਵੱਧ ਤੋਂ ਵੱਧ ਕੇਸਾਂ ਦੇ ਵਿੱਚ ਉਲਝਾ ਕੇ ਕਿਵੇਂ ਇਹ ਇੱਕ ਸਰਕਾਰੀ ਮੁਲਾਜ਼ਮ ਨੇਗੇ ਇਹਨਾਂ ਦੀਆਂ ਵੱਧ ਤੋਂ ਵੱਧ ਮਤਲਬ ਕਿ ਇਹਨਾਂ ਨੂੰ ਛੁੱਟੀਆਂ ਲਗਵਾਈਆਂ ਜਾ ਸਕਦੀਆਂ ਨੇ, ਵੱਧ ਤੋਂ ਵੱਧ ਮਾਨਸਿਕ ਤੌਰ ਦੇ ਉੱਪਰ ਆਰਥਿਕ ਤੌਰ ਦੇ ਉੱਪਰ ਪਰੇਸ਼ਾਨ ਕੀਤਾ ਜਾ ਸਕਦਾ, ਕਿਉਂਕਿ 9 ਵੱਖੋ ਵੱਖਰੇ ਕੇਸਾਂ ਦੇ ਵਿੱਚ ਵੱਖੋ ਵੱਖਰੇ ਵਕੀਲਾਂ ਦੀ ਜ਼ਰੂਰਤ ਆ। ਤਾਂ ਉਹ ਕੇਸ ਇਹਨਾਂ ਦੇ ਉੱਪਰ 9 ਵਿਅਕਤੀਆਂ ਵੱਲੋਂ ਜੁਆਇੰਟਲੀ ਪਾਉਣ ਦੀ ਥਾਂ ਦੇ ਉੱਪਰ ਇਹਨਾਂ ਦੇ ਉੱਪਰ ਅਲੱਗ-ਅਲੱਗ ਉਹ ਕੇਸ ਆ ਜਿਹੜਾ ਉਹ ਪਾਇਆ ਗਿਆ, ਜਿਹਦੇ ਵਿੱਚ ਮਤਲਬ ਕਿ ਉਹ ਕੇਸ ਹੁਣ ਸੈਸ਼ਨ ਕੋਰਟ ਦੇ ਵਿੱਚ ਆ ਜਿਹੜਾ ਉਹ ਪੈਂਡਿੰਗ ਆ, ਉਹ ਕਿਸੇ ਪਾਸੇ ਵੱਲ ਨੂੰ ਵੀ ਕੇਸ ਆ ਜਿਹੜਾ ਉਹ ਜਾ ਸਕਦਾ ਹੈ। ਯਾਨੀ ਕਿ ਇਸ ਤਰ੍ਹਾਂ ਦੇ ਚੈਲੰਜ, ਇਸ ਤਰ੍ਹਾਂ ਦੀਆਂ ਚੁਣੌਤੀਆਂ, ਇਸ ਤਰ੍ਹਾਂ ਦੀਆਂ ਵੰਗਾਰਾਂ ਨੇ ਜਿਹੜੀਆਂ ਉਹਨਾਂ ਨੂੰ ਬਲਵੰਤ ਸਿੰਘ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਬੂਲਿਆ ਗਾ, ਜਿਹੜੇ ਕਿ ਬਹੁਤ ਘੱਟ ਲੋਕ ਨੇ ਜਿਹੜੇ ਯਾਨੀ ਕਿ ਇਸ ਤਰ੍ਹਾਂ ਦੀਆਂ ਚੁਣੌਤੀਆਂ ਦੇ ਵਿੱਚ ਡਾਮਾਡੋਲ ਹੋ ਜਾਂਦੇ ਨੇਗੇ, ਬਹੁਤ ਘੱਟ ਲੋਕ ਨੇ ਜਿਹੜੇ ਉਹ ਖੜਦੇ ਆ। ਪੰਜਾਬ ਦੇ ਵਿੱਚ ਉਹ ਦੌਰ ਆਇਆ ਖਾਲਿਸਤਾਨੀ ਦੌਰ, जिस दौर के तरकशील सोसाइटी ने भी काफी उड़ारियां सी जिहड़ियां ओह भरियां बहुत बड़े खतरे ने जिहड़े उन्हां नूं मुल लैंदे होए, तां उस दौर दे विच भी इन्हां नूं धमकियां मिलियां हरियाणे दे विच, पुलिस इन्वेस्टिगेशन होईयां पहले दिनां ते हर तरह दा नुकसान झल्लण दे लई हर तरह दी कुर्बानी देण दे लई तैयार रहना ਇਹ ਸਾਥੀ ਬਲਵੰਤ ਸਿੰਘ ਇਹਨਾਂ ਦੇ ਹਿੱਸੇ ਆਇਆ। ਅਸੀਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵੱਲੋਂ ਇਹਨਾਂ ਦੀ ਉਸ ਪੂਰੀ ਜਿਹੜੀ ਕੁਰਬਾਨੀ ਆ ਗਈ ਜਿਹਦੇ ਚ ਇਹਨਾਂ ਨੇ ਵੱਡੀਆਂ ਚੁਣੌਤੀਆਂ ਪੂਰੀਆਂ ਲਈਆਂ, ਉਸ ਨੂੰ ਸਲਾਮ ਕਰਦੇ ਆ ਤੇ ਇਹਨਾਂ ਦੀ ਇਸ ਦੇਣ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੀ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਅੱਜ ਜਿਹੜਾ 17ਵਾਂ ਕ੍ਰਿਸ਼ਨ ਵਰਦਾੜੀ ਯਾਦਗਾਰੀ ਪੁਰਸਕਾਰ ਆ ਹਰ ਸਾਲ ਇੱਕ ਸ਼ਖਸੀਅਤ ਨੂੰ ਦਿੱਤਾ ਜਾਂਦਾ, ਉਹ ਅੱਜ ਇਸ ਸਟੇਜ ਤੋਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵੱਲੋਂ ਸਾਡੇ ਸਾਰਿਆਂ ਵੱਲੋਂ ਇਹਨਾਂ ਦਾ ਜਿਹੜਾ ਉਹ ਸਨਮਾਨ ਆ ਉਹ ਕੀਤਾ ਜਾਣਾ। ਬਹੁਤ ਬਹੁਤ ਧੰਨਵਾਦ। ਤੇ ਅਸੀਂ ਸੁਸਾਇਟੀ ਵੱਲੋਂ ਉਹਨਾਂ ਨੂੰ ਉਹਨਾਂ ਦੀ ਇਸ ਕੰਟਰੀਬਿਊਸ਼ਨ ਤੇ ਜਿਹੜੀ ਸੁਸਾਇਟੀ ਨੂੰ ਜਥੇਬੰਦਕ ਤੌਰ ਤੇ ਵੀ ਦਿੱਤੀ ਹੈ ਤੇ ਅਸੀਂ ਧੰਨਵਾਦ ਇਹਨਾਂ ਦਾ ਵੀ ਕਰਦੇ ਹਾਂ ਕਿ ਉਹਨਾਂ ਨੇ ਸਾਡਾ ਸਵੀਕਾਰ ਕੀਤਾ, ਜਿਹੜਾ ਸੱਦਾ ਵੀ ਸੀਗਾ ਤੇ ਅਵਾਰਡ ਵੀ ਸੀ। ਜਿਹੜਾ ਅੱਜ ਦਾ ਸਨਮਾਨ ਪੱਤਰ ਹੈ, ਜਿਨ੍ਹਾਂ ਸ਼ਬਦਾਂ ਦੇ ਨਾਲ ਬਹੁਤ ਹੀ ਸੋਚ ਸਮਝ ਕੇ ਅਸੀਂ ਇਹਨਾਂ ਦਾ ਸਤਿਕਾਰ ਕਰ ਰਹੇ ਹਾਂ, ਉਹ ਸਨਮਾਨ ਪੱਤਰ ਨੂੰ ਪੜ੍ਹਨਗੇ ਰਾਮ ਸਵਰ ਲੱਖੇਵਾੜੀ ਜੀ। ਬਲਵੰਤ ਸਿੰਘ ਜੀ ਨੂੰ, ਲੈਕਚਰਰ ਬਲਵੰਤ ਸਿੰਘ ਜੀ ਨੂੰ ਦਿੱਤੇ ਜਾਣ ਵਾਲਾ ਸਨਮਾਨ ਪੱਤਰ ਤੁਹਾਡੇ ਸਾਹਮਣੇ ਪੜ੍ਹ ਰਹੇ ਨੇ। ਤੁਸੀਂ ਵੀ ਉਹਨਾਂ ਸਾਰੇ ਸ਼ਬਦਾਂ ਨੂੰ, ਕਿਉਂਕਿ ਉਹਨਾਂ ਦੇ ਵਿੱਚ ਸਾਡੀ ਭਾਵਨਾ ਹੈ, ਧਿਆਨ ਦੇ ਨਾਲ ਸੁਣਨਾ ਹੈ। ਹੁਣ ਮੈਂ ਇਹ ਅਵਾਰਡ ਜਿਹੜਾ ਅਸੀਂ ਲੈਕਚਰਰ ਬਲਵੰਤ ਸਿੰਘ ਜੀ ਹੋਰਾਂ ਨੂੰ ਦੇ ਰਹੇ ਹਾਂ, ਇਹਦੀ ਇਬਾਰਤ ਮੈਂ ਪੜ੍ਹਨ ਲੱਗਿਆ। ਇਹ ਆਪਣੀ ਸਾਰਿਆਂ ਦੀ ਸਾਡੀ ਭਾਵਨਾਵਾਂ
ਕਿ ਅਸੀਂ ਉਹਨਾਂ ਦੇ ਕੰਮ ਨੂੰ ਕ੍ਰਿਸ਼ਨ ਬਰਗਾੜੀ ਨਾਲ ਜੋੜ ਕੇ ਕਿੰਝ ਸਲੂਟ ਕਰਦੇ ਹਾਂ, ਸਲਾਮ ਕਰਦੇ ਹਾਂ ਤੇ ਕੀ ਆਸ ਕਰਦੇ ਹਾਂ। ਭਾਵੇਂ ਦੂਰ ਅਜੇ ਸਵੇਰਾ ਮੰਜ਼ਿਲ ਵਾਟ ਔਖੇਰੀ, ਭਾਵੇਂ ਦੂਰ ਅਜੇ ਸਵੇਰਾ ਮੰਜ਼ਿਲ ਵਾਟ ਔਖੇਰੀ, ਚਾਨਣ ਦੀ ਲੱਪ ਵੰਡਦੇ ਜਾਣਾ ਭਰ ਪਰਵਾਜ਼ ਉਚੇਰੀ, ਚਾਨਣ ਦੀ ਲੱਪ ਵੰਡਦੇ ਜਾਣਾ ਭਰ ਪਰਵਾਜ਼ ਉਚੇਰੀ। ਕ੍ਰਿਸ਼ਨ ਬਰਗਾੜੀ ਯਾਦਗਾਰੀ ਅਵਾਰਡ 2019। ਤਰਕਸ਼ੀਲ ਲਹਿਰ ਦੇ ਮਰਹੂਮ ਨਾਇਕ ਕ੍ਰਿਸ਼ਨ ਬਰਗਾੜੀ ਦੀ ਸਦੀਵੀ ਵਿਦਾਇਗੀ ਦੇ 17ਵੇਂ ਵਰ੍ਹੇ ਉਹਨਾਂ ਦੀ ਯਾਦ ਵਿੱਚ ਦਿੱਤਾ ਜਾਣ ਵਾਲਾ ਇਹ ਅਵਾਰਡ ਲਹਿਰ ਦੀ ਵਿਰਾਸਤ ਨੂੰ ਅੱਗੇ ਲਿਜਾਣ ਵਾਲੇ ਲੈਕਚਰਰ ਬਲਵੰਤ ਸਿੰਘ ਦੇ ਨਾਂ ਕਰ ਰਹੇ ਹਾਂ, ਜਿਹੜੇ ਤਰਕਸ਼ੀਲ ਸੋਸਾਇਟੀ ਹਰਿਆਣਾ ਦੁਆਰਾ ਪ੍ਰਕਾਸ਼ਿਤ ਹਿੰਦੀ ਮੈਗਜ਼ੀਨ ਤਰਕਸ਼ੀਲ ਪਥ ਦੇ ਸੰਪਾਦਕ ਹਨ। ਆਪ ਨੂੰ ਹਰਿਆਣਾ ਖੇਤਰ ਵਿੱਚ ਤਰਕਸ਼ੀਲ ਸੋਸਾਇਟੀ ਦੇ ਸੂਬਾਈ ਮੁਖੀ ਵਜੋਂ ਅਗਿਆਨਤਾ ਤੇ ਅੰਧ ਵਿਸ਼ਵਾਸਾਂ ਦੇ ਹਨੇਰੇ ਖਿਲਾਫ ਲਗਾਤਾਰ ਲਹਿਰ ਦੀ ਅਗਵਾਈ ਕਰਨ ਦਾ ਮਾਣ ਵੀ ਹਾਸਲ ਹੈ। ਆਪ ਇਸ ਖੇਤਰ ਵਿੱਚ ਮਾਨਸਿਕ ਰੋਗੀਆਂ ਦਾ ਰਾਹ ਦਰਸਾਵਾ ਬਣਨ ਲਈ ਮਾਨਸਿਕ ਮਸ਼ਵਰਾ ਕੇਂਦਰਾਂ ਦੇ ਸੰਸਥਾਪਕ ਹਨ। ਤਰਕਸ਼ੀਲਤਾ ਦਾ ਪ੍ਰਚਾਰ ਕਰਦਿਆਂ ਪੰਜਾਬ ਦੇ ਕਾਲੇ ਦੌਰ ਵਿੱਚ ਧਮਕੀਆਂ ਨੂੰ ਉਹਨਾਂ ਸਿਦਕ ਦਿਲੀ ਨਾਲ ਝੇਲਿਆ, ਆਪਣੀ ਜਾਨ ਤਲੀ ਤੇ ਰੱਖਦਿਆਂ ਡੇਰਾ ਸਿਰਸਾ ਵਿਰੁੱਧ ਕਾਨੂੰਨੀ ਲੜਾਈ ਵਿੱਚ ਮਸਾਲੀ ਰੋਲ ਅਦਾ ਕੀਤਾ। 1.5 ਦਹਾਕਾ ਚੱਲੇ ਸਾਧਵੀ ਡੇਰਾ ਸਿਰਸਾ ਕੇਸ ਤੇ ਰਣਜੀਤ ਸਿੰਘ ਕਤਲकांड ਵਿੱਚ ਡੇਰੇ ਖਿਲਾਫ ਗਵਾਹ ਵਜੋਂ ਡਟੇ ਰਹੇ। ਅੱਜ ਵੀ ਸਿਦਕ ਦਿਲੀ ਨਾਲ ਸੱਚ ਤੇ ਤਰਕਸ਼ੀਲਤਾ ਉੱਪਰ ਸਿਦਕਵਾਨ ਸਿਪਾਹੀ ਵਜੋਂ ਤਾਇਨਾਤ ਹਨ। ਨੌਕਰੀ ਤੋਂ ਸੇਵਾ ਮੁਕਤੀ ਉਪਰੰਤ ਆਪ ਤਰਕਸ਼ੀਲ ਚੇਤਨਾ ਦੀ ਮਿਸਾਲ ਲੈ ਕੇ ਕਾਫਲੇ ਦੀ ਅਗਵਾਈ ਕਰ ਰਹੇ ਹਨ। ਲਹਿਰ ਲਈ ਕੀਤੇ ਮਹੱਤਵਪੂਰਨ ਕਾਰਜਾਂ ਦੇ ਨਾਲ ਨਾਲ ਆਪ ਨੇ ਵੱਖ-ਵੱਖ ਵਿਸ਼ਿਆਂ ਤੇ ਤਰਕਸ਼ੀਲ ਲੇਖ ਲਿਖ ਕੇ ਮੋਹਰੀ ਰੋਲ ਨਿਭਾਇਆ ਹੈ। ਵੱਖ-ਵੱਖ ਵਿਸ਼ਿਆਂ ਤੇ ਲਿਖੇ ਤਰਕਸ਼ੀਲ ਲੇਖਾਂ ਦੀਆਂ 2 ਪੁਸਤਕਾਂ ਛਪਾਈ ਅਧੀਨ ਹਨ। ਅਖੌਤੀ ਬਾਬਿਆਂ ਵੱਲੋਂ ਉਹਨਾਂ ਦਾ ਰਸਤਾ ਰੋਕਣ ਲਈ ਅਦਾਲਤਾਂ ਵਿੱਚ ਕੀਤੇ ਮਾਣਹਾਨੀ ਦੇ ਅਨੇਕਾਂ ਕੇਸ ਉਹਨਾਂ ਦੇ ਹਨੇਰੇ ਖਿਲਾਫ ਕੀਤੇ ਸੰਘਰਸ਼ ਦੇ ਗਵਾਹ ਹਨ। ਅਜਿਹੀ ਸ਼ਖਸੀਅਤ ਦੇ ਮਾਲਕ ਲੈਕਚਰਰ ਬਲਵੰਤ ਸਿੰਘ ਦੀ ਜੀਵਨ ਘਾਲਣਾ ਤੇ ਭਰਮ ਮੁਕਤ ਚੰਗੇਰੇ ਸਮਾਜ ਲਈ ਜੁਟਾਏ ਯਤਨਾਂ ਨੂੰ ਸਲਾਮ ਕਰਦੇ ਹੋਏ ਅੱਜ 17 ਫਰਵਰੀ 2019 ਨੂੰ ਕ੍ਰਿਸ਼ਨ ਬਰਗਾੜੀ ਐਵਾਰਡ 2019 ਪ੍ਰਦਾਨ ਕਰਦਿਆਂ ਅਸੀਂ ਅਥਾਹ ਖੁਸ਼ੀ ਤੇ ਮਾਣ ਮਹਿਸੂਸ ਕਰਦੇ ਹਾਂ। ਆਸ ਕਰਦੇ ਹਾਂ ਕਿ ਸਾਡਾ ਇਹ ਸਾਥੀ ਸਨੇਹੀ ਤਰਕਸ਼ੀਲ ਕਾਫਲੇ ਦੇ ਅੰਗ ਸੰਗ ਵਿਗਿਆਨਕ ਚੇਤਨਾ ਦੇ ਪ੍ਰਚਾਰ ਪ੍ਰਸਾਰ ਵਿੱਚ ਮੋਹਰੀ ਭੂਮਿਕਾ ਨਿਭਾਉਂਦਾ ਰਹੇਗਾ। ਸੂਬਾ ਕਮੇਟੀ ਤਰਕਸ਼ੀਲ ਸੋਸਾਇਟੀ ਪੰਜਾਬ। ਇਹ ਸਨਮਾਨ ਪੱਤਰ ਭੇਟ ਕਰਨ ਲਈ ਮੈਂ ਬੇਨਤੀ ਕਰੂੰਗਾ ਜਿੰਨੇ ਵੀ ਸਾਡੇ ਆਗੂ ਇੱਥੇ ਪਹੁੰਚੇ ਨੇ ਸਤਿਕਾਰ ਦੇਣਾ ਹੈ। भाई बनाई ग्रुप है भाई। हाँ जी। जिस समाज की सिरजना साडी कल्पना है, शहीद आजम भगत सिंह के सुपनिया का समाज है, वो समाज बनाने दे विच असीं शुरुआती कोशिशां कर रहे हैं, परंतु अजे वो साडियां कोशिशां सिरे चढ़दियां दिखदियां नहीं। तो इत्थे ये सोच के कि भाई
ਸ਼ਹੀਦ ਆਜ਼ਮ ਭਗਤ ਸਿੰਘ ਵੀ ਸਾਡੇ ਵਰਗੇ ਇਨਸਾਨ ਸਨ। ਉਹਨਾਂ ਦੀ ਸੋਚਣ ਸ਼ਕਤੀ, ਸੰਗਠਨ ਸ਼ਕਤੀ ਇੰਨੀ ਵਿਸ਼ਾਲ ਸੀ ਕਿ ਉਹ ਥੋੜੀ ਉਮਰ ਦੇ ਵਿੱਚ ਬਹੁਤ ਕੁਝ ਕਰ ਗਏ, ਬਹੁਤ ਕੁਝ ਕਹਿ ਗਏ ਔਰ ਇੱਕ ਯੋਗ ਅਗਵਾਈ ਦੇ ਗਏ। ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਅਜੇ ਬਹੁਤ ਪਿੱਛੇ। ਉਸੇ ਤਰ੍ਹਾਂ ਕ੍ਰਿਸ਼ਨ ਬਰਗਾੜੀ ਜੀ ਪੰਜਾਬ ਤਰਕਸ਼ੀਲ ਸੁਸਾਇਟੀ ਨੂੰ ਯੋਗ ਅਗਵਾਈ ਦਿੰਦੇ ਰਹੇ ਔਰ ਬਹੁਤ ਥੋੜੇ ਸਮੇਂ ਦੇ ਵਿੱਚ ਉਹਨਾਂ ਨੇ ਬਹੁਤ ਵੱਡੇ ਕੰਮ ਕਰ ਦਿੱਤੇ, ਜਿਹੜੇ ਕਿ ਅਸੀਂ ਇੱਕ ਲੰਮਾ ਸਮਾਂ ਸੁਸਾਇਟੀ 'ਚ ਕੰਮ ਕਰਕੇ ਅਜੇ ਉੱਥੋਂ ਤੱਕ ਨਹੀਂ ਪਹੁੰਚ ਸਕੇ। ਮੈਨੂੰ ਮਾਣ ਹੈ ਸਾਥੀਆਂ ਤੇ ਕਿ ਤੁਸੀਂ ਇੰਨਾ ਸਨਮਾਨ ਬਖਸ਼ਿਆ, ਇੰਨਾ ਮਾਣ ਬਖਸ਼ਿਆ। ਬਸ ਮੈਂ ਇਸ ਮੌਕੇ ਤੇ ਇਹੀ ਕਹਾਂਗਾ ਕਿ ਜੋ ਮਾਣ ਔਰ ਸਨਮਾਨ ਤੁਸੀਂ ਬਖਸ਼ਿਆ, ਉਸ ਸਨਮਾਨ ਨੂੰ ਪੂਰੇ ਭਾਰਤ ਵਿੱਚ ਫੈਲਾ ਸਕੀਏ, ਆਪਣੀ ਸੋਚ ਨੂੰ, ਵਿਗਿਆਨਕ ਸੋਚ ਨੂੰ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵੱਧ ਸਕੀਏ, ਇਹ ਕੋਸ਼ਿਸ਼ਾਂ ਰਹਿਣਗੀਆਂ। ਬਾਕੀ ਇੱਕ ਗੱਲ ਕਿ ਸੌਖੀ ਤੇ ਸਾਵੀਂ ਪੱਧਰੀ ਜ਼ਿੰਦਗੀ ਕਦੀ ਵੀ ਨਹੀਂ ਬਿਤਾਈ ਜਾ ਸਕਦੀ। ਜੇਕਰ ਔਕੜਾਂ ਆਉਣਗੀਆਂ, ਉਹਦੇ ਵਿੱਚੋਂ ਨਿਖਰ ਕੇ ਹੀ ਇਨਸਾਨ ਸਹੀ, ਜਿਵੇਂ ਸੋਨਾ ਕੁਠਾੜੀ 'ਚ ਘੜ ਕੇ ਹੀ ਕੁੰਦਨ ਬਣਦਾ ਹੈ, ਵਧੀਆ ਬਣਦਾ ਹੈ, ਆਪਣੀ ਚਮਕ ਦਿੰਦਾ ਹੈ। ਉਸੇ ਤਰ੍ਹਾਂ ਇਨਸਾਨ ਜੇ ਫੁੱਲਾਂ ਦੀਆਂ ਸੇਜਾਂ ਤੇ ਸੌਂਦਾ ਰਹੇਗਾ ਤਾਂ ਉਹ ਸਮਾਜ ਨੂੰ ਸਹੀ ਦਿਸ਼ਾ ਨਹੀਂ ਦੇ ਸਕਦਾ। ਜੇ ਕਸ਼ਟ ਝੱਲਾਂਗੇ, ਮੁਕਾਬਲਾ ਕਰਾਂਗੇ ਔਕੜਾਂ ਦਾ ਔਰ ਸਮਾਜ ਦੇ ਦੱਬੇ ਕੁਚਲੇ ਲਤਾੜੇ ਲੋਕਾਂ ਦੇ ਨਾਲ ਮੋਢਾ ਜੋੜ ਕੇ ਅੱਗੇ ਵਧਾਵਾਂਗੇ, ਉਹਨਾਂ ਨੂੰ ਯੋਗ ਅਗਵਾਈ ਦੇਵਾਂਗੇ, ਤਾਂ ਹੀ ਸਮਾਜ ਦੇ ਇਤਿਹਾਸ ਵਿੱਚ ਕੁਝ ਥੋੜਾ ਬਹੁਤ ਨਾਂ ਰਹਿ ਸਕਦਾ ਹੈ। ਤੇ ਅਸੀਂ ਅਜੇ ਹਰਿਆਣੇ ਦੇ ਤੌਰ ਤੇ, ਹਰਿਆਣੇ ਵਿੱਚ ਸੁਸਾਇਟੀ ਦਾ ਜਿਹੜਾ ਕੰਮ ਹੈ, ਮੈਂ ਸਮਝਦਾ ਕਿ ਅਜੇ ਬਹੁਤ ਘੱਟ ਹੈ ਪੰਜਾਬ ਦੇ ਬਨਸਪਤ। ਉਹਦਾ ਕਾਰਨ ਇੱਕ ਇਹ ਵੀ ਹੈ ਕਿ ਹਰਿਆਣਾ ਦੀ ਜਿਹੜੀ ਪ੍ਰਿਸ਼ਠ ਭੂਮੀ ਹੈ, ਉਸ ਵਿੱਚ ਜੇਕਰ ਆਜ਼ਾਦੀ ਅੰਦੋਲਨ ਦਾ ਆਪਾਂ ਇਤਿਹਾਸ ਖੋਲ੍ਹਦੇ ਹਾਂ ਤਾਂ ਦੇਖਦੇ ਹਾਂ ਕਿ ਆਜ਼ਾਦੀ ਅੰਦੋਲਨ ਦੇ ਵਿੱਚ ਹਰਿਆਣਾ ਦਾ ਬਿਲਕੁਲ ਮਾਮੂਲੀ ਜਿਹਾ ਯੋਗਦਾਨ ਮਿਲਦਾ ਹੈ। ਜ਼ਿਆਦਾਤਰ ਜੇ ਹਰਿਆਣਾ ਦੇ ਵਿੱਚ ਕੋਈ ਆਜ਼ਾਦੀ ਅੰਦੋਲਨ ਅੰਗਰੇਜ਼ਾਂ ਦੇ ਸਮੇਂ 'ਚ ਕੋਈ ਮਹਾਨ ਸ਼ਖਸੀਅਤ ਮੰਨੀ ਜਾਂਦੀ ਹੈ, ਜਿਹਨੂੰ ਅੱਜ ਵੀ ਹਰਿਆਣੇ ਵਾਲੇ ਬਹੁਤ ਮਾਣ ਦਿੰਦੇ ਆ, ਤਾਂ ਉਹ ਸਰ ਛੋਟੂ ਰਾਮ। ਸਰ ਉਪਾਧੀ ਕਿਹਨੇ ਦਿੱਤੀ? ਅੰਗਰੇਜ਼ਾਂ। ਕਿਉਂਕਿ ਉਹ ਅੰਗਰੇਜ਼ਾਂ ਦੀ, ਜੇਕਰ ਸਿੱਧਾ ਆਪਾਂ ਪੰਜਾਬੀ 'ਚ ਕਹਿ ਸਕੀਏ ਤਾਂ ਜੀ ਹਜ਼ੂਰੀ ਕਰਕੇ ਕੁਝ ਸਹੂਲਤਾਂ ਕਿਸਾਨਾਂ ਨੂੰ ਦਿਵਾ ਗਏ ਸੀ। ਬਾਕੀ ਜੋ ਕ੍ਰਾਂਤੀਕਾਰੀ ਗਤੀਵਿਧੀਆਂ ਪੰਜਾਬ ਵਿੱਚ ਚੱਲੀਆਂ, ਪੰਜਾਬ ਦੇ ਲੋਕਾਂ ਨੇ ਜੋ ਆਜ਼ਾਦੀ ਅੰਦੋਲਨ ਦੇ ਵਿੱਚ ਵੀ ਕਰਕੇ ਦਿਖਾਇਆ, ਹਰਿਆਣਾ ਵਿੱਚ ਐਸਾ ਕੁਝ ਨਹੀਂ। ਮੈਂ ਇੱਕ ਗੱਲ ਕਿਹਾ ਕਰਦਾ ਕਿ ਹਰਿਆਣਾ ਦੀ ਧਰਤੀ ਜਿਹੜੀ ਹੈ, ਉੱਥੋਂ ਦੇ ਜਿਹੜੇ ਸਥਾਨਕ ਲੋਕ ਹੈ, ਉਹਨਾਂ ਦੀ ਸੋਚ ਅਜੇ ਬਹੁਤ ਪਛੜੀ, ਉਹਨਾਂ ਨੂੰ ਅਜੇ ਬਹੁਤ ਅੱਗੇ ਵਧਾਉਣ ਵਾਸਤੇ ਬਹੁਤ ਚੰਡਣ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਬੰਜਰ ਧਰਤੀ ਤੇ ਲਹਿਰਾਉਂਦੀ ਫਸਲ ਪੈਦਾ ਕਰਨ ਵਾਸਤੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਸੇ ਤਰ੍ਹਾਂ ਉਸ ਧਰਤੀ ਤੇ ਕੰਮ ਕਰਦਿਆਂ ਸਾਨੂੰ ਵੀ ਉਹੋ ਜਿਹੀਆਂ ਮੁਸ਼ਕਲਾਂ
ਦਾ ਸਾਹਮਣਾ ਕਰਨਾ ਪੈ ਰਿਹਾ। ਇਹ ਮਾਨ ਸਨਮਾਨ ਜੋ ਤੁਸੀਂ ਬਖਸ਼ਿਆ ਇਹ ਇਕੱਲਾ ਮੈਨੂੰ ਨਹੀਂ, ਮੈਂ ਸਮਝਦਾ ਕਿ ਪੂਰੀ ਤਰਕਸ਼ੀਲ ਸੁਸਾਇਟੀ ਹਰਿਆਣਾ ਦਾ ਮਾਨ ਸਨਮਾਨ ਹੈ। ਔਰ ਇਸ ਮਾਨ ਸਨਮਾਨ ਹੋਰ ਜੋਸ਼ ਨਾਲ ਅੱਗੇ ਵਧੇਗੀ। ਔਰ ਆਉਣ ਵਾਲੇ ਸਮੇਂ 'ਚ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਇਸ ਦੇਸ਼ ਵਿੱਚ ਵੀ ਕਾਇਮ ਕਰ ਸਕਾਂਗੇ। ਇਸੇ ਕੋਸ਼ਿਸ਼ ਦੇ ਵਿੱਚ, ਇਸੇ ਸਾਡੀ ਪੂਰੀ ਤਨਦੇਹੀ ਨਾਲ ਇਹਦੇ ਵਿੱਚ ਲੱਗੇ ਰਹਾਂਗੇ। ਅਸੀਂ ਉਸ ਚਿੱਠੀ ਨੂੰ ਐ ਨਹੀਂ ਕਿ ਅਸੀਂ ਵਿਸ਼ਾਲ ਸਤਰ ਤੇ ਵੰਡਿਆ, ਬਸ 2-4 ਕਾਪੀਆਂ ਅਸੀਂ ਲੋਕਾਂ ਦੇ ਵਿੱਚ ਦੇ ਦਿੱਤੀਆਂ। ਉਹਨਾਂ ਤੋਂ ਹੀ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਅੱਗੇ ਤੋਂ ਅੱਗੇ ਫੋਟੋ ਸਟੇਟ ਹੁੰਦੀ ਵੱਧਦੀ ਗਈ। ਔਰ ਜਿਸ ਦਾ ਨਤੀਜਾ ਆਪਾਂ ਦੇਖਦੇ ਹਾਂ ਕਿ ਅਸੀਂ ਤਾਂ ਝੱਲਿਆ ਹੀ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਉਦੋਂ ਅਖਬਾਰਾਂ ਦੇ ਵਿੱਚ ਦੇਖਦੇ ਸੀ ਕਿ ਬਈ ਮੀਟਿੰਗਾਂ ਜਿੱਥੇ ਹੋ ਰਹੀਆਂ, ਮੀਟਿੰਗਾਂ ਦੇ ਵਿੱਚ ਵੀ ਉਹਨਾਂ ਗੁੰਡਿਆਂ ਨੇ ਹਮਲੇ ਕੀਤੇ ਔਰ ਮਾਰ ਕੁਟਾਈਆਂ ਕੀਤੀਆਂ। ਫੋਟੋ ਸਟੇਟਾਂ ਦੀਆਂ ਦੁਕਾਨਾਂ ਤੱਕ ਨੂੰ ਉਹਨਾਂ ਨੇ ਤੋੜ ਫੋੜ ਕੀਤੀ, ਸਾੜਿਆ। ਐਸੇ ਆਤੰਕ ਦਾ ਸਾਹਮਣਾ ਕਰਨਾ ਵਾਕਿਆ ਹੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ, ਕਿਉਂਕਿ ਪੂਰਾ ਸਮਾਜ, ਜਿੰਨੇ ਵੀ ਹਿਤੈਸ਼ੀ ਆਪਣੇ ਪਰਿਵਾਰ ਵਾਲੇ ਵੀ, ਬਸ ਸਿਰਫ ਇੱਕ ਗੱਲ ਕਹਿੰਦੇ ਸੀ, ਉਹ ਇਹ ਮੰਨਦੇ ਸੀ ਕਿ ਵੀ ਮੈਂ ਮਤਲਬ ਜੋ ਵੀ ਕੰਮ ਕਰ ਰਿਹਾ ਬਿਲਕੁਲ ਸਹੀ ਕਰ ਰਿਹਾ, ਸਮਾਜ ਦੀ ਭਲਾਈ ਵਾਸਤੇ ਕਰ ਰਿਹਾ। ਪਰ ਮਨ ਦੇ ਵਿੱਚ ਇੱਕ ਡਰ ਕਿ ਵੀ ਜੇ ਤੁਹਾਨੂੰ ਕੁਝ ਹੋ ਗਿਆ ਫਿਰ। ਤਾਂ ਮੈਂ ਇੱਕ ਹੀ ਸਵਾਲ ਉਹਨਾਂ ਦੇ ਸਾਹਮਣੇ ਕਰਦਾ ਸਾਂ ਕਿ ਵੀ ਹਮੇਸ਼ਾ ਜਿੰਦਾ ਤਾਂ ਕਿਸੇ ਨੇ ਵੀ ਨਹੀਂ ਰਹਿਣਾ। ਜੇਕਰ ਆਪਾਂ ਸਮੇਂ ਦੇ ਸਾਹਨਾਂ ਤੋਂ ਡਰ ਕੇ ਚੁੱਪ ਰਹਿ ਗਏ ਤਾਂ ਇਤਿਹਾਸ ਕਦੀ ਮਾਫ ਨਹੀਂ ਕਰੇਗਾ। ਬਸ ਇੱਕ ਹੀ ਗੱਲ ਮੈਂ ਕਹਿ ਕੇ ਉਹਨਾਂ ਨੂੰ ਚੁੱਪ ਕਰਾ ਦਿੰਦਾ ਸੀ ਕਿ ਬਈ ਵੈਸੇ ਸ਼ਾਇਦ ਮੈਂ ਕਿਉਂਕਿ ਉਸ ਆਤੰਕ ਦੇ ਦੌਰ ਦੇ ਵਿੱਚ ਇੱਕ ਦਿਨ ਵੀ ਨਾ ਤਾਂ ਸਕੂਲੋਂ ਮੈਂ ਗੈਰ ਹਾਜ਼ਰ ਰਿਹਾ, ਨਾ ਹੀ ਆਪਣੀ ਜ਼ਿੰਮੇਵਾਰੀਆਂ ਤੋਂ ਪਿੱਛੇ ਹਟਿਆ, ਨਾ ਹੀ ਅਜਿਹੇ ਮਨੋਰੋਗੀ ਕੇਸਾਂ ਦੇ ਵਿੱਚ ਮੈਂ ਮਤਲਬ ਬਹੁਤ ਵੱਡਾ ਦਾਅਵਾ ਤਾਂ ਨਹੀਂ, ਪਰੰਤੂ ਜਿਵੇਂ ਕ੍ਰਿਸ਼ਨ ਬਰਗਾੜੀ ਜੀ ਦੀ ਆਟੋਬਾਇਓਗ੍ਰਾਫੀ ਹੈ ਨਾ, ਉਹਨਾਂ ਦੀ ਜੀਵਨੀ ਕਈ ਕਿਤਾਬਾਂ ਆਈਆਂ, ਸਾਰੀਆਂ ਪੜ੍ਹੀਆਂ, ਮਿਲੇ ਵੀ ਇਕੱਠੇ ਕੰਮ ਵੀ ਕੀਤਾ, ਪਰ ਜ਼ਿਆਦਾ 1-2 ਮੀਟਿੰਗਾਂ ਦੇ ਵਿੱਚ ਮਿਲੇ ਆ। ਤੋ ਉਹਨਾਂ ਨੇ ਥੋੜੇ ਸਮੇਂ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ। ਉਹਨਾਂ ਦੇ ਬਾਰੇ ਵੀ ਇਹੀ ਗੱਲ ਸੀ ਕਿ ਵੀ ਜਿਸ ਕੇਸ ਨੂੰ ਉਹਨਾਂ ਨੇ ਡੀਲ ਕੀਤਾ 100% ਹੱਲ ਕੀਤਾ ਤੋ ਥੋੜੇ ਸਮੇਂ। ਮੈਂ ਵੀ ਹੁਣ ਤੱਕ ਸ਼ਾਇਦ ਲੱਖਾਂ ਕੇਸ ਹੱਲ ਕਰ ਚੁੱਕੀ, ਔਰ ਕੋਈ ਵੀ ਐਸਾ ਕੇਸ ਜਿਸ ਨੂੰ ਮੈਂ ਹੱਥ ਪਾਇਆ ਉਹ ਸਿਰੇ ਚੜਾਇਆ, ਪੂਰੀ ਤਰ੍ਹਾਂ ਉਹਦੀ ਤਫਤੀਸ਼ ਕਰਕੇ ਉਹਨੂੰ ਉਹਦੇ ਅੰਜਾਮ ਤੱਕ ਪਹੁੰਚਾਇਆ। ਤੋ ਉਹ ਕੰਮ ਜੋ ਉਹਨਾਂ ਨੇ ਬਹੁਤ ਥੋੜੇ ਸਮੇਂ 'ਚ ਕੀਤਾ ਅਸੀਂ ਕਰ ਰਹੇ ਹਾਂ, ਪਰੰਤੂ ਲੰਮੇ ਸਮੇਂ ਤੱਕ ਸਾਨੂੰ ਬਹੁਤ ਲੰਮਾ ਸਮਾਂ ਮਿਲੇਗਾ। ਤੋ ਆਪਣੇ ਘਰ ਵਾਲਿਆਂ ਨੂੰ ਜਦੋਂ ਮੈਂ ਇਹ ਕਹਿ ਕੇ ਕਿ ਬਈ ਹਮੇਸ਼ਾ ਤਾਂ ਕੋਈ ਨਹੀਂ ਰਹਿੰਦਾ, ਜੇਕਰ ਤੁਸੀਂ ਮੇਰੇ ਤੇ ਦਬਾਅ ਪਾਓ ਮੈਂ ਚੁੱਪ ਕਰਕੇ ਘਰ ਬਹਿ ਗਿਆ ਤਾਂ ਮੇਰੀ ਜ਼ਮੀਰ ਨੇ ਮੈਨੂੰ ਜਿੰਦਾ ਨਹੀਂ ਰਹਿਣ ਦੇਣਾ। ਜ਼ਮੀਰ ਮਰ ਗਈ ਤਾਂ ਮੈਂ ਜਿਉਂਦਾ ਵੀ ਕਿਸੇ ਕੰਮ ਦਾ ਨਹੀਂ, ਤੇ ਜੇ ਮੈਂ ਮਰ ਗਿਆ ਤੇ ਇਤਿਹਾਸ ਮੈਨੂੰ ਭੁਲਾ ਨਹੀਂ ਸਕੇ। ਤੋ ਉਹਨਾਂ ਘਰ ਵਾਲਿਆਂ ਨੇ ਸਹਿਮਤੀ ਦਿੱਤੀ ਔਰ ਮੈਂ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦਾ ਰਿਹਾ, ਸਕੂਲ ਵੀ ਜਾਂਦਾ ਰਿਹਾ, ਔਰ ਜੋ ਵੀ ਕੇਸ ਮੇਰੇ ਕੋਲ ਆਉਂਦਾ ਮੈਂ ਉਹਨੂੰ ਹੱਲ ਵੀ ਕਰਦਾ ਰਿਹਾ। ਬਸ ਸਿਰਫ ਇੰਨਾ ਸੀ ਕਿ ਚੌਕਸੀ ਸੀ ਕਿ ਜੇਕਰ ਮੇਰੇ ਕੋਲ ਕੇਸ ਆਉਂਦਾ ਹੈ ਮੈਂ ਕਰਨਾਲ ਨੂੰ ਜਾਣਾ ਤੇ ਮੈਂ ਘਰ ਵਾਲਿਆਂ ਨੂੰ ਵੀ ਇਹ ਕਹਿ ਦਿੰਦਾ ਕਿ ਕਰਨਾਲ ਨਹੀਂ, ਮੈਂ ਅੰਬਾਲੇ ਚੱਲਿਆ, ਕਿਉਂਕਿ ਉਦੋਂ ਲੈਂਡਲਾਈਨ ਫੋਨ ਹੁੰਦੇ ਸੀ, ਮੋਬਾਈਲ ਨਹੀਂ ਸੀ, ਤੇ ਕੋਈ ਫੋਨ ਕਰਕੇ ਮੇਰੀ ਸੂਹ ਲਵੇ ਕਿ ਬਈ ਘਰ ਵਾਲੇ ਸੁਭਾਵਕ ਕਹਿ ਦੇਣ ਕਿ ਉਹ ਕਰਨਾਲ ਨੂੰ ਗਿਆ ਤਾਂ ਉਹ ਰਸਤੇ 'ਚ ਨਾਕਾ ਲਾ ਕੇ ਬਹਿ ਜਾਣ। ਤੇ ਇਸ ਕਰਕੇ ਮੈਂ ਆਪਣੀ ਚੌਕਸੀ ਕਰਦਾ ਰਿਹਾ। ਮੇਰਾ ਜਿਹੜਾ ਸਕੂਲ ਸੀ ਉਹ ਸਕੂਲ ਨੂੰ 3-4 ਰਸਤੇ ਲੱਗਦੇ, ਉਹਨਾਂ ਚੋਂ
मैं कभी ਜਾਂਦਾ ਕਿਸੇ ਰਸਤੇ ਆਉਂਦਾ ਕਿਸੇ ਰਸਤੇ ਔਰ ਆਪਣੇ ਨਾਲ ਹਮੇਸ਼ਾ ਇੱਕ ਦੋ ਸਾਥੀ ਹਮੇਸ਼ਾ ਮੇਰੇ ਨਾਲ ਰਹਿੰਦੇ ਸੀ, ਇਕੱਠੇ ਆਉਂਦੇ ਇਕੱਠੇ ਜਾਂਦੇ। ਔਰ ਇਹਨਾਂ ਗੁੰਡਿਆਂ ਨੂੰ ਉੱਪਰੋਂ ਹਦਾਇਤਾਂ ਸੀ ਕਿ ਬਲਾਈਂਡ ਮਰਡਰ ਕਰਨਾ। ਕਿ ਉਹ ਮੇਰੇ ਕੋਲ ਜਦੋਂ ਮੈਂ ਆਪਣੇ ਫਾਰਮ ਤੇ ਖੇਤਾਂ 'ਚ ਜ਼ਮੀਨ ਹੈ ਜਿੱਥੇ, ਉੱਥੇ ਹੀ ਮੈਂ ਆਪਣਾ ਮਨੋਰੋ ਪਰਾਮਰਸ਼ ਕੇਂਦਰ ਚਲਾਉਣਾ, ਉੱਥੇ ਆਏ ਉਹ ਕਈ ਵਾਰ ਆਏ ਔਰ ਹਰ ਵਾਰੀ ਇਹ ਬਹਾਨਾ ਬਣਾ ਕੇ ਕਿ ਅਸੀਂ ਮਰੀਜ਼ ਦਿਖਾਉਣਾ ਹੈ। ਤੇ ਬਾਹਰ ਜੇ ਤਾਂ ਕੋਈ ਸਾਡਾ ਤਕਸੀਲ ਸਾਥੀ ਖੜਾ ਹੁੰਦਾ ਉਹ ਕਹਿੰਦੇ ਵੀ ਨੰਬਰ ਲਿਖਾ ਦਿਓ, ਜਾਂ ਸਿੱਧਾ ਮੇਰੇ ਕੋਲ ਆ ਜਾਂਦੇ ਤੇ ਮੈਂ ਵੀ ਕਹਿ ਦਿੰਦਾ ਵੀ ਨੰਬਰ ਲਿਖਾ ਦਿਓ, ਵਾਰੀ ਆ ਜਾਏਗੀ ਤੁਹਾਡੀ। ਔਰ ਨਹੀਂ ਜਲਦੀ, ਅਸੀਂ ਜਲਦੀ 'ਚ ਜਦ ਕਿ ਉਹਨਾਂ ਕੋਲ ਕੋਈ ਮਰੀਜ਼ ਨਹੀਂ ਸੀ ਹੁੰਦਾ। ਪਹਿਲਾਂ ਤਾਂ ਐ ਰੈਕੀ ਕਰਦੇ ਗਏ, ਉਸ ਤੋਂ ਬਾਅਦ ਤਾਂ ਸਿੱਧਾ ਮੈਨੂੰ ਧਮਕੀ ਵੀ ਦੇ ਕੇ ਗਏ ਕਿ ਬਈ ਉਹਨਾਂ ਕੋਲ ਪਿਸਤੌਲ ਵੀ ਸੀ,